ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੁੜ ਤੋਂ ਤੁਹਾਡਾ ਸਵਾਗਤ ਹੈ। ਇਸ ਵਕਤ ਤੁਸੀਂ ਬਠਿੰਡਾ ਸਟੂਡੀਓ ਤੋਂ ਇਸ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ ਹੋਏ ਹੋ। ਜਿਵੇਂ ਕਿ ਤੁਹਾਨੂੰ ਪਤਾ ਕਿ ਸੁਖਬੀਰ ਸਿੰਘ ਬਾਦਲ ਦੀ ਗੱਡੀ 'ਤੇ ਪੱਥਰਬਾਜ਼ੀ ਹੋਈ ਹੈ, ਉਹ ਗੱਡੀ ਨੁਕਸਾਨੀ ਗਈ ਹੈ। ਅਤੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਲਾਲਾਬਾਦ ਦੇ MLA ਆਮਲਾ ਅਤੇ ਉਹਦੇ ਬੇਟੇ ਦੇ ਉੱਤੇ ਧਾਰਾ 307 ਦੇ ਅਧੀਨ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ। ਸੋ ਹਮਲੇ ਤੋਂ ਬਾਅਦ ਸੁਖਬੀਰ ਬਾਦਲ ਨੇ MLA 'ਤੇ ਇਲਜ਼ਾਮ ਲਾਏ ਨੇ। ਉਹਨਾਂ ਕਿਹਾ ਕਿ ਉਹ ਸੋਚਦੇ ਹਨ ਕਿ ਸਰਕਾਰ ਉਹਨਾਂ ਦੀ ਬਣ ਗਈ ਹੈ, ਕੁਝ ਵੀ ਕਰ ਸਕਦੇ ਨੇ, ਪਰ ਕਹਿੰਦੇ 7-8 ਮਹੀਨੇ ਮਿੰਟਾਂ 'ਚ ਹੀ ਟੱਪ ਜਾਣਗੇ। ਸੋ ਹੁਣ ਕਹਿੰਦੇ ਕਿ ਅਸੀਂ ਬੈਠ ਗਏ ਹਾਂ, ਪਰਚੇ ਭਰ ਕੇ ਵਾਪਸ ਜਾਵਾਂਗੇ। ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਿਹਾ ਅਤੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਜਾਨਲੇਵਾ ਹਮਲਾ ਜਿਹੜਾ ਹੈ ਜੀ ਉਹ ਕੀਤਾ ਗਿਆ। ਅਤੇ ਮੇਰੇ ਨਾਲ ਪ੍ਰੋਫੈਸਰ ਅਵਿਨਾਸ਼ ਸਿੰਘ ਜੀ ਇਸ ਵਕਤ ਜੁੜ ਗਏ ਨੇ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੌਜੂਦਾ ਸਥਿਤੀ ਜਿਹੜੀ ਹੈ ਗਾਜੀਪੁਰ ਦੀ ਜਾਂ ਕਿਸਾਨ ਅੰਦੋਲਨ ਦੀ, ਉਹ ਕੀ ਬੋਲ ਰਹੀ ਹੈ ਜੀ? ਅੱਧੀ ਕੁ ਲਾਈਨ 'ਚ ਖਤਮ ਕਰਨਾ ਚਾਹਾਂਗਾ ਜੀ। ਦਿੱਲੀ ਤੇ ਡੈਮੋਕ੍ਰੇਸੀ ਦੇ ਵਿਚਕਾਰ ਕਿੱਲਾਂ ਲਗਾਈਆਂ ਜਾ ਰਹੀਆਂ ਜੀ। ਮੈਂ ਹੁਣ ਤੋਂ 1.5 ਘੰਟਾ ਪਹਿਲਾਂ ਗਾਜੀਪੁਰ ਸੀ ਜੀ। ਮੈਂ ਆਪਣੇ ਹਸਪੀਟਲ ਤੋਂ ਘਰ ਵਾਪਸ ਆਉਣਾ ਚਾਹੁੰਦਾ ਸੀ। ਰਸਤਾ ਹੈ 3 ਮਿੰਟ ਦਾ ਜੀ। ਉਹਦੇ ਲਈ ਮੈਨੂੰ ਅੱਧਾ ਘੰਟਾ ਲੱਗਾ ਔਰ 3 ਥਾਂ ਤੋਂ ਮੈਨੂੰ ਮੋੜ ਕੇ ਜੀ ਇੱਕ ਨਵਾਂ ਰਸਤਾ ਸੁਝਾਇਆ ਗਿਆ ਜਿਹੜਾ ਅੱਗੋਂ ਬੰਦ ਹੁੰਦਾ ਸੀ ਜੀ। ਚਾਰੋਂ ਪਾਸਿਓਂ ਸਿਰਫ ਤੁਸੀਂ ਦਿਖਾਵੇ ਲਈ ਜੀ ਟਾਇਲਟਸ ਵਾਪਸ ਲੈ ਆਉਂਦੇ ਨੇ, ਪਾਣੀ ਦਾ ਇੰਤਜ਼ਾਮ ਹੋ ਗਿਆ। ਲੇਕਿਨ ਮੈਂ ਜੇ ਬਾਹਰੋਂ ਰਸਦ ਲਿਜਾਣੀ ਚਾਹਵਾਂ, ਜੇ ਮੈਂ ਬਾਹਰੋਂ ਗੱਡੀ ਲਿਜਾਣੀ ਚਾਹਵਾਂ ਤਾਂ 3 ਕਿਲੋਮੀਟਰ ਦੂਰ ਖੜੀ ਕਰਾਂਗਾ ਜੀ। ਜੇ ਟਰੈਕਟਰ ਲਿਆਣੇ ਚਾਹਣਗੇ, ਅੱਜ ਬਹੁਤ ਵੱਡੇ ਇੰਟਰਸਟਿੰਗ ਜੀ ਸੀ ਕਿ ਅੱਜ ਟੀਕਰੀ ਬਾਰਡਰ ਤੋਂ ਕੋਈ 350 ਕਿਸਾਨ ਆਇਆ ਸੀ ਜੀ ਇੱਥੇ ਗਾਜ਼ੀਪੁਰ। ਉਹਨਾਂ ਦਾ ਟਰੈਕਟਰ 3 ਕਿਲੋਮੀਟਰ ਦੂਰ ਖੜਾ ਸੀ ਜੀ। ਉਸ ਤੋਂ ਬਾਅਦ ਪੈਦਲ ਇੱਕ ਗਰੁੱਪ 'ਚ ਨਹੀਂ ਆਉਣ ਦਿੱਤਾ, ਉਹਨਾਂ ਨੂੰ ਵੱਖਰੇ ਰਸਤੇ ਪਾ ਕੇ ਫੇਰ ਵਿਚਕਾਰ ਲਿਆਂਦਾ ਗਿਆ। ਕਿਸੇ ਨੂੰ ਸੱਜੇ ਭੇਜਿਆ ਗਿਆ, ਕਿਸੇ ਨੂੰ ਖੱਬੇ ਭੇਜਿਆ ਗਿਆ। ਇਹਨੂੰ ਕਹਿੰਦੇ ਗਾਈਡਿੰਗ ਵਾਈਲ ਮਿਸਗਾਈਡਿੰਗ ਜੀ। ਔਰ ਬੀਇੰਗ ਰੂਡ ਵਾਈਲ ਮਿਸਗਾਈਡਿੰਗ ਯੂ। ਬਈ ਤੁਸੀਂ ਇਧਰੋਂ ਰਸਤਾ ਕੋਈ ਨਹੀਂ ਹੈਗਾ, ਇਸ ਪਾਸੇ ਚਲੇ ਜਾਓ, ਅੱਧੇ ਦੂਸਰੇ ਪਾਸੇ ਚਲੇ ਜਾਓ। ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਹਾਂ ਬਈ ਤੁਸੀਂ ਬਹੁਤ ਕੁਛ ਕੀਤਾ। MLA ਪੁਲਿਸ ਦੀ ਵਰਦੀ ਪਾ ਕੇ ਘੁੰਮਦਾ ਜੀ, ਉਹਦੇ ਨਾਲ ਜਿਹੜੇ ਬੰਦੇ ਉੱਪਰ ਪੁਲਿਸ ਦੀ ਵਰਦੀ ਹੈ, ਥੱਲੇ ਜੀਨਸ ਪਾਈਆਂ ਹੋਈਆਂ ਨੇ ਹਾਂਜੀ। ਔਰ ਨਾਲ ਕੀ ਦੇਖੋ, ਨਾਰਾ ਦੇਖੋ, ਦਿੱਲੀ ਪੁਲਿਸ ਡੰਡਾ ਚੜਾਓ, ਡੰਡਾ ਬਜਾਓ, ਹਮ ਤੁਮਾਰੇ ਸਾਥ ਹੈ। ਇਹ ਡੈਮੋਕ੍ਰੈਟਿਕ ਸੈਟਅਪ ਦੀ ਗੱਲ ਹੈ। ਇਹਨੂੰ ਸਿਵਲ ਵਾਰ ਵੱਲ ਤੁਸੀਂ ਘੜੀਸ ਰਹੇ ਹੋ। ਬਿਕੋਜ਼ ਅਸੀਂ ਗੱਲ ਕੀ ਕਰ ਰਹੇ ਹਾਂ? ਅਸੀਂ ਗੱਲ ਕਰ ਰਹੇ ਹਾਂ ਕਿ ਦੋਨੋਂ ਹੀ ਅਸੀਂ ਇੰਡੀਆ ਦੇ ਵਿੱਚ ਹਾਂ, ਅਸੀਂ ਆਪਣੇ ਕੰਟਰੀ ਦੇ ਵਿੱਚ ਹਾਂ। ਆਪਣੇ ਬੰਦਿਆਂ ਨੂੰ ਤੁਸੀਂ ਗੱਲ ਸੁਣ ਲਓ, ਆਪਣੇ ਬੰਦਿਆਂ ਦੀ ਤੁਸੀਂ ਕਿਸੇ ਤਰ੍ਹਾਂ ਸਮਾਧਾਨ ਕੱਢੋ। ਲੇਕਿਨ ਜੇ ਤੁਸੀਂ ਪੱਕਾ ਕਰ ਲਿਆ ਕਿ ਅਸੀਂ ਜਿਹੜਾ ਹੈ ਸਿਰਫ ਔਰ ਸਿਰਫ ਹੌਸਟਿਲਿਟੀ ਨਾਲ ਚੱਲਾਂਗੇ ਤਾਂ ਸਰਕਾਰ ਕਿੰਨੀ ਦੇਰ ਹੌਸਟਿਲਿਟੀ ਕਰ ਲੂਗੀ? ਦੇਖੋ, ਇਹ ਗੁਬਾਰਾ ਕਿਸੇ ਤਰ੍ਹਾਂ ਫੁੱਟ ਸਕਦਾ। ਜੇ ਤੁਸੀਂ ਬਜਟ ਲਿਆਂਦੇ ਹੋ ਤਾਂ ਤੁਸੀਂ ਗਿਫਟ ਕਿਹਨੂੰ ਦੇ ਰਹੇ ਹੋ? ਸਿਰਫ ਇਲੈਕਸ਼ਨ ਵਾਲੀ ਸਟੇਟਸ ਨੂੰ। ਬਾਕੀ ਸਾਰਾ ਕੁਝ ਭੁੱਲ ਗਏ। ਜਿਹੜੀ ਇੱਕ ਡੈਮੋਕ੍ਰੈਟਿਕ ਸੈਟਅਪ ਹੈ ਨਾ, ਉਹਨੂੰ ਬਹਾਲ ਕਰਨ ਦੀ ਸਭ ਤੋਂ ਪਹਿਲਾਂ ਜ਼ਰੂਰਤ ਹੈ। ਇਹ ਨਹੀਂ ਹੈ ਕਿ UP ਦਾ ਚੀਫ ਮਿਨਿਸਟਰ ਬੋਲ ਨਹੀਂ ਸਕਦਾ ਕਿਉਂਕਿ BJP ਹੈ। ਹਰਿਆਣੇ ਦਾ ਚੀਫ ਮਿਨਿਸਟਰ ਹਿਊਮਨ ਰਾਈਟਸ ਅਧਿਕਾਰਾਂ ਦਾ ਸਿੱਧਾ ਖਣਨ ਹੈ ਜੀ। ਗੱਡੀ ਮੁੰਬਈ ਜਾਣੀ ਹੈ ਵਾਇਆ ਦਿੱਲੀ, ਉਹ ਰੇਵਾੜੀ ਪਹੁੰਚ ਜਾਂਦੀ ਹੈ। ਰੇਵਾੜੀ ਤੋਂ ਬਾਅਦ ਗੰਗਸਰ ਸਿਟੀ। ਜਿਹੜੇ ਕਿਸਾਨ ਰੇਵਾੜੀ ਨਹੀਂ ਉਤਰੇ, ਉਹਨਾਂ ਨੂੰ ਗੰਗਾਪੁਰ ਸਿਟੀ ਛੱਡ ਦਿੱਤਾ, ਜਿੱਥੋਂ ਕੋਈ ਟੈਕਸੀ ਨਾ ਮਿਲੇ, ਜਿੱਥੋਂ ਕੋਈ ਘੰਟਿਆਂ ਨਾ ਮਿਲੇ, ਕੁਛ ਨਾ ਮਿਲੇ। ਬਿਲਕੁਲ ਰਾਜਸਥਾਨ ਦੇ ਵਿੱਚ ਗੰਗਪੁਰ ਸਿਟੀ ਆ ਗਿਆ ਜੀ ਮੇਰੇ ਖਿਆਲ। ਬਿਲਕੁਲ ਔਰ ਸਿਰਫ ਟੈਕਨੀਕਲ ਸਟੇਸ਼ਨ ਹੈ ਫॉर ਰਾਜਧਾਨੀ ਜਿਹੜੀਆਂ ਉੱਥੇ ਜਿੱਥੇ ਤੇਲ ਪਾਣੀ ਮਿਲਦਾ ਜੀ ਉਹਨਾਂ ਨੂੰ। ਅੱਛਾ ਪ੍ਰੋਫੈਸਰ ਸਾਹਿਬ, ਮੈਂ ਇੱਕ ਚੀਜ਼ ਪੁੱਛਣਾ ਚਾਹਾਂਗਾ। ਤੁਸੀਂ ਥੋੜ੍ਹੀ ਟਿੱਕਰੀ ਬਾਰਡਰ ਦੀ ਗੱਲ ਕੀਤੀ ਹੈ, ਜ਼ਿਆਦਾ ਤਾਂ ਆਪਾਂ ਬਜਟ 'ਤੇ ਗੱਲ ਕਰਨੀ ਚਾਹਾਂਗਾ। ਅਤੇ ਕਹਿਣ ਤੋਂ ਭਾਵ ਵੀ ਕਿਸਾਨਾਂ ਨੂੰ ਘੇਰਾ ਪਾ ਲਿਆ ਗਿਆ, ਅੱਗੋਂ ਪਿੱਛੋਂ ਸਾਰੇ ਪਾਸਿਓਂ ਬੈਰੀਕੇਡਿੰਗ ਲਾ ਕੇ ਪੁਲਿਸ ਨੇ ਵੀ ਜੇ ਕਿਸਾਨ ਮੌਜੂਦਾ ਸਥਿਤੀ 'ਤੇ ਪਹਿਲਾਂ ਤਾਂ ਮਗਰਲੇ ਪਾਸਿਓਂ ਆਪਾਂ ਖੁੱਲ੍ਹੇ ਆ ਜਾ ਸਕਦੇ ਸੀ,
ਠੀਕ ਹੈ, ਗਾਜੀਪੁਰ ਦੇ ਫਲਾਈਓਵਰ ਤੋਂ ਵੀ ਆਪਾਂ ਜਿੱਥੇ ਹੇਠਲੇ ਪਾਸੇ ਕਿਸਾਨਾਂ ਦਾ ਟੈਂਟ ਲੱਗਿਆ ਹੁੰਦਾ ਸੀ ਉਹਦੇ ਕੋਲ ਦੀ ਕਾਰਾਂ ਜੀਪਾਂ ਜਾਂਦੀਆਂ ਸੀ, ਉਹ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ ਫਿਰ? ਦੇਖੋ ਸਿਰਫ ਉਹ ਰਸਤਾ ਖੁੱਲ੍ਹਾ ਹੈ ਜਿੱਥੇ ਤੁਸੀਂ ਗੱਡੀ ਪਾਰਕ ਕੀਤੀ ਸੀ। ਹੋਰ ਕੋਈ ਰਸਤਾ ਜੇ ਤੁਸੀਂ ਜਾਣਾ ਚਾਹੋਗੇ ਜੀ ਤਾਂ ਤੁਹਾਨੂੰ ਉਹ ਸਾਰੇ ਬੈਰੀਕੇਡ ਕ੍ਰਾਸ ਕਰਨੇ ਪੈਣਗੇ ਜਿੱਥੇ ਦੋਹੇ ਪਾਸੇ। ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ, ਅੰਮ੍ਰਿਤਸਰ ਤੋਂ ਅਸੀਂ ਅਟਾਰੀ ਬਾਰਡਰ ਵੱਲ ਜਾਂਦੇ ਹਾਂ, ਵਾਹਗਾ ਬਾਰਡਰ ਵੱਲ ਜਾਂਦੇ ਹਾਂ ਜੀ, ਤੇ ਇੱਕ ਆਂਦੀ ਹੈ ਜੀ ਫਸਟ ਲਾਈਨ ਆਫ ਡਿਫੈਂਸ, ਦੂਜੀ ਆਂਦੀ ਹੈ ਸੈਕੰਡ, ਪਹਿਲਾਂ ਆਂਦੀ ਹੈ ਸੈਕੰਡ ਲਾਈਨ ਆਫ ਡਿਫੈਂਸ ਤੇ ਫਸਟ ਲਾਈਨ ਆਫ ਡਿਫੈਂਸ, ਫਿਰ ਅਸੀਂ ਕਹਿੰਦੇ ਹਾਂ ਜ਼ੀਰੋ ਲਾਈਨ ਜੀ। ਅੱਜ ਦੇਖ ਕੇ ਇਹ ਲੱਗਦਾ ਸੀ ਜੀ ਤੁਸੀਂ ਆਪਣੀਆਂ ਸੜਕਾਂ ਤੇ ਉਹਨਾਂ ਨੂੰ ਖੋਦ ਕੇ ਕੰਕਰੀਟ ਪਾ ਕੇ ਉਹਦੇ ਵਿੱਚ ਦੀਵਾਰਾਂ ਖੜੀਆਂ ਕੀਤੀਆਂ, ਦੀਵਾਰਾਂ ਤੋਂ ਬਾਅਦ ਤੁਸੀਂ ਕਿੱਲ ਲਗਾਏ ਨੇ। ਇੱਕ ਪਾਸੇ ਤੁਸੀਂ ਕਹਿੰਦੇ ਹੋ ਮੈਂ ਆਈ ਐਮ ਵਨ ਫੋਨ ਕਾਲ ਅਵੇ ਜੀ, ਤੇ ਦੂਜੇ ਪਾਸੇ ਤੁਸੀਂ ਦੀਵਾਰਾਂ ਖੜੀਆਂ ਕਰਦੇ ਹੋ। ਬਿਲਕੁਲ ਇਹਨੂੰ ਅਸੀਂ ਜੈਕਸਟਾਪੋਜੀਸ਼ਨ ਕਹਿੰਦੇ ਹੋ, ਬਈ ਮੈਂ ਕਹਾਂਗਾ ਕੁਝ ਹੋਰ, ਕਰਾਂਗਾ ਕੁਝ ਹੋਰ। ਅੱਛਾ, ਇੱਕ ਔਰ ਜੀ ਟੋਟਲ ਹੌਸਟਿਲਿਟੀ ਜੀ, ਕੁਝ ਕੈਸਰ ਰਹੀਆਂ ਰਾਜਨਾਥ ਦੇ ਰੋਲ ਦੀਆਂ ਵੀ ਲੱਗ ਰਹੀਆਂ ਨੇ, ਕਿਉਂਕਿ ਕਹਿੰਦੇ ਜਿਸ ਢੰਗ ਦੇ ਨਾਲ ਯੂਪੀ ਦੇ ਵਿੱਚ ਕਿਸਾਨ ਜੁੜ ਗਏ ਸੀ, ਰਾਜਨਾਥ ਨੇ ਮਿੰਤ ਮਤਾਰਾ ਕਰਕੇ ਉਹਨਾਂ ਕਿਸਾਨਾਂ ਨੂੰ ਰੋਕਿਆ ਵੀ ਥੋੜੇ ਜਿਹੇ ਘੱਟ ਜਾਓ। ਕੀ ਇਹ ਵਾਕਿਆ ਸਹੀ ਗੱਲ ਹੈ? ਇਹਦੇ ਨਾਲ ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ ਜੀ। ਮੈਂ ਦੁਬਾਰਾ ਕਹਿ ਦਿਆਂਗਾ ਕਿ ਰਾਜਨਾਥ ਸਿੰਘ ਦਾ ਬੇਟਾ ਦੇ ਘਰ ਦੇ ਵਿੱਚ ਮੀਟਿੰਗਸ ਹੋ ਰਹੀਆਂ, ਜਿਹੜਾ ਬੇਟਾ MLA ਹੈ ਨੋਇਡਾ ਦਾ ਜੀ, ਔਰ ਕਈ ਥਾਵਾਂ ਤੇ ਰਾਜਨਾਥ ਸਿੰਘ ਆਪ ਜਾ ਕੇ ਰਿਕੁਐਸਟ, ਕਿਉਂਕਿ ਮਹਾਪੰਚਾਇਤ ਐਡੀਆਂ ਵੱਡੀਆਂ, ਤੁਸੀਂ ਬਾਗਪਤ ਚੋਂ ਉਹਨਾਂ ਦਾ ਉਹ ਚੁੱਕ ਲਿਆ ਜੀ ਸਾਰਾ ਕੁਝ, ਜਿਹੜਾ ਧਰਨਾ ਲੱਗਾ ਸੀ। ਬਾਗਪਤ ਦੇ ਵਿੱਚ ਜਿਹੜੀ ਮਹਾਪੰਚਾਇਤ ਹੁੰਦੀ ਹੈ ਉੱਥੇ 30,000 ਬੰਦਾ ਹੈ ਜੀ, ਉਹਨਾਂ ਦੇ ਵਿੱਚ ਤੁਸੀਂ ਜਿਹੜੇ ਨੇ ਹੁਣ ਪੈਰਲਲ ਜਿਹੜੇ ਤੁਸੀਂ ਸੰਘ ਬਣਾਏ ਨੇ ਜੀ, ਭਾਰਤੀ ਕਿਸਾਨ ਯੂਨੀਅਨ ਨਹੀਂ ਹੈ, ਭਾਰਤੀ ਕਿਸਾਨ ਸੰਘ ਨੇ ਜੀ, ਔਰ ਭਾਰਤੀ ਕਿਸਾਨ ਉਹਨਾਂ ਦੇ ਨਾਲ ਚਾਰ ਨਾਮ ਜਿਨ੍ਹਾਂ ਨੂੰ ਹੁਣੇ 2 ਤੋਂ 3 ਮਹੀਨੇ ਪਹਿਲਾਂ ਰਜਿਸਟਰ ਕੀਤਾ ਗਿਆ ਜੀ, ਉਹਨਾਂ ਦੇ ਥਰੂ ਘਰ ਘਰ ਜਾ ਕੇ ਤੁਸੀਂ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਹੋ ਵੀ ਤੁਸੀਂ ਦਿੱਲੀ ਨਹੀਂ ਜਾਣਾ। ਔਰ ਦੂਜੇ ਪਾਸੇ ਤੁਹਾਡੀ ਜਿਹੜੀ ਪਾਰਕਿੰਗ ਅੰਦਰ ਤੱਕ ਹੁੰਦੀ ਸੀ, ਹੁਣ ਅੰਦਰ ਵਾਲੇ ਅੰਦਰ ਨੇ, ਬਾਹਰ ਵਾਲੇ ਬਾਹਰ ਨੇ, बाहर वाले बाहर ने, अंदर से कोई बाहर ना जा सके, बाहर से कोई अंदर ना आ सके। और रसद पानी तुसी ले जाना चाहोगे ਤੁਹਾਨੂੰ ਜਾਣ ਨਹੀਂ ਦਿੱਤਾ ਜਾਏਗਾ, ਬਾਹਰੋਂ ਪਾਣੀ ਲਿਆਓਗੇ ਤੁਹਾਨੂੰ ਜਾਣ ਨਹੀਂ ਦਿੱਤਾ ਜਾਏਗਾ, ਦੁੱਧ ਲਿਆਓਗੇ ਉਹਦੇ ਤੇ ਰੋਕ ਲੱਗੇਗੀ ਜੀ। ਫਿਰ ਤੁਸੀਂ ਕੋਈ ਹੀਲ ਹਸਤਾ ਕਰੋਗੇ। ਤਿੰਨੋਂ ਫੋਰਸਸ ਨੇ, ਇੱਕ ਪਾਸੇ ਯੂਪੀ ਪੁਲਿਸ ਹੈ, ਵਿਚਕਾਰ ਰੈਪਿਡ ਐਕਸ਼ਨ ਫੋਰਸ ਹੈ, ਉਦੋਂ ਅੱਗੇ CRPF ਹੈ ਜੀ। ਤੁਸੀਂ ਇਸ ਤਰ੍ਹਾਂ ਦਾ ਕਰ ਰਹੇ ਹੋ ਕਿ ਸ਼ਾਇਦ ਆਪਣੇ ਕੰਟਰੀ ਦੇ ਵਿੱਚ ਕੋਈ ਬਾਬਰੋਲਾ ਉੱਠ ਗਿਆ ਜਾਂ ਰਿਬੈਲੀਅਨ ਹੋ ਗਈ ਹੈ। ਰਿਬੈਲੀਅਨ ਹੈ ਨਹੀਂ, ਤੁਸੀਂ ਸ਼ਾਂਤੀ ਨਾਲ ਬੈਠੇ ਹੋ। ਪਹਿਲਾਂ ਡਰਾਮਾ ਕਰ ਚੁੱਕੇ ਹੋ, ਹੁਣ 6 ਤਰੀਕ ਨੂੰ ਫੇਰ ਕੋਈ ਡਰਾਮਾ ਨਾ ਪਲਾਨ ਕਰ ਲੈਣ, ਕਿਉਂਕਿ 3 ਘੰਟੇ ਲਈ ਚੱਕਾ ਜਾਮ ਹੈ ਜੀ। ਮੈਂ ਦੁਬਾਰਾ ਕਹਾਂਗਾ, ਕਿਸਾਨਾਂ ਨੂੰ ਵੀ ਕਹਿਣਾ ਪਏਗਾ, ਭਾਈ ਖਿਆਲ ਰੱਖਿਓ, ਇਹਨਾਂ ਨੇ ਕੁਝ ਇਹੋ ਜਿਹਾ ਕਰ ਦੇਣਾ ਵੀ ਤੁਸੀਂ ਦੇਖਦੇ ਰਹਿ ਜਾਓਗੇ। ਇੱਕ ਵਾਰੀ ਤੁਹਾਨੂੰ ਬੈਡ ਨੇਮ ਦੇ ਚੁੱਕੇ ਨੇ ਜੀ। ਝੰਡਾ ਜਿਹਦੀ ਡੈਸਿਕ੍ਰੇਸ਼ਨ ਨਹੀਂ ਹੋਈ, ਉਹਦਾ ਮੁੱਦਾ ਹਰ BJP ਵਾਲਾ ਕਰਦਾ, ਜਿਹੜੇ ਤੁਹਾਨੂੰ ਟ੍ਰੋਲ ਕਰਦੇ ਆ ਉਹ ਵੀ ਕਰਦੇ ਆ, ਸਾਰੇ ਕਰੀ ਜਾਂਦੇ, ਜਿਹੜਾ ਬਿਲਕੁਲ ਕਰੀ ਜਾਂਦੇ। ਔਰ ਦੂਸਰੇ ਪਾਸੇ ਸਿਰਫ ਦਾਣੇ ਵਾਲੀ ਸਭ ਧੱਕਾਸ਼ਾਹੀ ਹੈ ਜੀ। ਐਡੀ ਜ਼ਿਆਦਾ ਧੱਕਾਸ਼ਾਹੀ ਅਸੀਂ ਜ਼ਿੰਦਗੀ 'ਚ ਸ਼ਾਇਦ ਨਾ ਦੇਖੀ ਹੋਵੇ। 84 ਤੋਂ ਬਾਅਦ ਵੀ ਨਹੀਂ ਸੀ ਦੇਖੀ ਜੀ। ਉੱਥੇ ਠੀਕ ਹੈ, ਉੱਥੇ ਬੰਦੇ ਮਾਰੇ ਜਾ ਰਹੇ ਸੀ, ਇੱਥੇ ਜਿਉਣਾ ਹਰਾਮ ਕੀਤਾ ਪਿਆ। ਗੱਲ ਇੱਕੋ ਹੀ ਹੈ, ਗੱਲ ਇੱਕੋ ਹੀ ਹੈ। ਹਾਂਜੀ। ਅੱਛਾ ਪ੍ਰੋਫੈਸਰ ਸਾਹਿਬ, ਆਪਾਂ ਨੂੰ ਬਜਟ ਨੂੰ ਕਿਸ ਤਰ੍ਹਾਂ ਲੈ ਕੇ ਤੁਸੀਂ ਕਰਦੇ ਹੋ ਕੰਪੈਰੇਟਿਵਲੀ? ਕਹਿੰਦੇ ਕਿ ਰੇਹੜੀ 'ਚ ਦੇਸ਼ ਪਾ ਲਿਆ, ਲੈ ਲਓ ਵੀ ਲੈ ਲਓ। ਮੈਨੂੰ ਯਾਦ ਆ ਰਿਹਾ, ਮੈਂ ਪਾਕਿਸਤਾਨ ਗਿਆ ਸੀ, ਉੱਥੇ ਇੱਕ ਨਾ ਪਠਾਨ ਹੱਥ ਦੇ ਉੱਤੇ ਰੱਖਿਆ, ਕਹਿੰਦਾ ਲੈਪਟਾਪ ਲੈ, ਤੇ ਮੈਂ ਉਹਨੂੰ ਪੁੱਛਿਆ ਵੀ ਇਹ ਚੱਲਦਾ? ਕਹਿੰਦਾ ਭਾਈ ਸਾਹਿਬ, ਕਹਿੰਦਾ ਮੈਨੂੰ ਤਾਂ ਇਹ ਵੀ ਨਹੀਂ ਪਤਾ, ਕਹਿੰਦਾ ਹੈ ਕੀ ਇਹ? ਮੈਂ ਕਿਹਾ ਨਾਲੇ ਤੂੰ ਕਹੀ ਜਾਂਦਾ ਲੈਪਟਾਪ ਹੈ। ਕਹਿੰਦਾ ਜੀ ਮੈਨੂੰ ਨਹੀਂ ਪਤਾ, ਮੈਨੂੰ ਤਾਂ ਕਿਹਾ ਵੀ ਇਹ ਲੈਪਟਾਪ ਲੈ। ਐਂ ਦੇਸ਼ ਨੂੰ ਹੱਥ ਤੇ ਚੱਕ ਲਿਆ। ਦੇਖੋ ਜੀ, ਅਸੀਂ ਇੱਕ ਪਾਸੇ ਕਹਿ ਰਹੇ ਜੀ FCI ਨੂੰ ਅਸੀਂ ਕਲੋਜ਼ ਕਰਨਾ 2018 ਸ਼ੁਰੂ ਕਰਤਾ ਸੀ ਜੀ। ਰੇਲਵੇ ਦੇ ਸਟੇਸ਼ਨ ਬਾਈ ਸਟੇਸ਼ਨ ਵਿਕ ਰਹੇ ਹੈ। ਜੇ ਅਸੀਂ ਮੈਟਰੋ ਦੀ ਗੱਲ ਕਰੀਏ,
ਹਰ ਸਟੇਸ਼ਨ ਤੇ ਤੁਸੀਂ ਪੈਸੇ ਦੇ ਕੇ ਆਪਣਾ ਨਾਮ ਪਹਿਲਾਂ ਲਿਖਵਾ ਸਕਦੇ ਹੋ, ਸਟੇਸ਼ਨ ਦਾ ਨਾਮ ਬਾਅਦ ਚ ਆਊਗਾ। ਹੁਣ 에ਅਰਪੋਰਟਸ ਦੀ ਗੱਲ ਹੋ ਗਈ। ਫਿਰ ਜਿਹੜੀ ਇੰਡੀਅਨ 에ਅਰਲਾਈਨਸ ਹੈ ਉਹਨੂੰ ਮੇਰਾ ਖਿਆਲ ਇਹਨਾਂ ਨੂੰ 10-15 ਸਾਲ ਹੋ ਗਏ, ਜਿਹੜੀ ਵੀ ਸਰਕਾਰ ਆਈ ਉਹਨੂੰ ਪ੍ਰਾਈਵੇਟਾਈਜ਼ ਕਰਨ ਲਈ ਨੋ ਟੇਕਰਸ ਜੀ, ਠੀਕ ਹੈ। ਹੁਣ ਕੀ ਕਿਹਾ, ਇੰਸ਼ੋਰੈਂਸ ਤੇ ਬੈਂਕ ਸੈਕਟਰ। ਇੰਸ਼ੋਰੈਂਸ ਦੇ ਵਿੱਚ ਤੁਸੀਂ ਕਿਹਾ ਕਿ FDI ਫੋਰਨ ਡਾਇਰੈਕਟ ਇਨਵੈਸਟਮੈਂਟ ਜੀ 74% ਤੱਕ। ਜਨਾਬ ਜਿੱਦਾਂ ਦੀ ਤੁਸੀਂ ਦੇਸ਼ ਵਿੱਚ ਹਾਲਤ ਬਣਾਈ ਹੈ, ਤੁਹਾਡੇ ਕੋਲ ਇਨਵੈਸਟਮੈਂਟ ਕਿੱਥੋਂ ਆਊਗੀ? ਔਰ ਦੂਸਰੇ ਪਾਸੇ ਹੁਣ ਕਹਿੰਦੇ ਜੀ 2 ਬੈਂਕ ਵੀ ਪ੍ਰਾਈਵੇਟਾਈਜ਼ ਕਰ ਦੇਣੇ, ਜਿਹੜੇ ਸਭ ਤੋਂ ਵੱਡੇ ਗਵਰਨਮੈਂਟ ਦੇ ਬੈਂਕ ਨੇ ਜੀ। ਮਤਲਬ ਇਹ ਕਹਿ ਰਿਹਾ ਵੀ ਅਸੀਂ ਜੌਬਸ ਦੇਣੀਆਂ ਨੇ, ਪ੍ਰਾਈਵੇਟ ਸੈਕਟਰ ਦਊਗਾ ਜਿਹਨੂੰ ਅਸੀਂ ਇਹ ਸਾਰਾ ਕੁਝ ਵੇਚ ਰਹੇ ਹਾਂ। ਔਰ ਉਹੀ ਹੈ ਜੀ, ਲੈ ਲਓ ਲੈ ਲਓ ਲੈ ਲਓ। ਉਹ ਸਿਰਫ ਇੰਨਾ ਹੀ ਹੈ ਵੀ ਕੇਲਾ ਨਿਰਾ ਖੋਏ ਹੀ ਹੋ ਗਿਆ, ਉਹ ਮੈਂ ਕੇਲੇ ਵੇਚ ਰਿਹਾ ਜੀ ਔਰ ਰੇਹੜੀ ਤੇ ਵੇਚ ਰਿਹਾ ਜੀ। ਤੇ ਜਿਨ੍ਹਾਂ ਨੂੰ ਗਿਫਟ ਮਿਲੇ ਇਹਦੇ ਵਿੱਚ ਸਭ ਤੋਂ ਪਹਿਲਾਂ ਮਜ਼ਾਕ ਕੀਤਾ ਜੀ 75 ਸਾਲ ਵਾਲਿਆਂ ਨਾਲ ਜੀ। ਉਹਨਾਂ ਨੂੰ ਕਹਿੰਦੇ ਜੀ ਤੁਸੀਂ ਰਿਟਰਨ ਨਹੀਂ ਭਰਨੀ, ਫਿਰ ਹੌਲੀ ਜੀ ਕਹਿੰਦੇ ਜਿਹੜਾ ਟੈਕਸ ਲੱਗਦਾ ਉਹ ਤਾਂ ਬੈਂਕ ਕੱਟੀ ਜਾਣਗੇ, ਫਿਰ ਮਗਰ ਕੀ ਰਹਿ ਗਿਆ। ਤੇ ਟੋਟਲ ਸਾਡੇ ਦੇਸ਼ ਦੀ ਅੱਜ ਦੀ ਡੇਟ ਦੇ ਵਿੱਚ ਐਵਰੇਜ 75 ਸਾਲ ਨਹੀਂ ਹੈ ਇੱਕ ਬੰਦਾ, ਵੱਧ ਜਾਏ ਕਿਉਂਕਿ ਹੁਣ ਦਵਾਈਆਂ ਆ ਗਈਆਂ, ਹੁਣ ਸਾਡੇ ਕੋਲ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ, ਬਾਇਓਮੈਡੀਕਲ ਇੰਜੀਨੀਅਰਿੰਗ ਆ ਗਈ, ਵੱਧ ਜਾਣ। ਲੇਕਿਨ ਅੱਜ ਦੀ ਡੇਟ ਦੇ ਵਿੱਚ ਸਾਡੀ ਐਵਰੇਜ ਲਾਈਫ 75 ਸਾਲ ਨਹੀਂ ਹੈਗੀ ਜੀ। ਫਿਰ ਤੁਸੀਂ ਚਾਰੋਂ ਪਾਸੇ ਇੱਕੋ ਹੀ ਗੱਲ ਕਿ ਫੇਸਲੈਸ ਡਿਸਪਿਊਟ ਰੈਜ਼ੋਲੂਸ਼ਨ। ਮੈਂ ਇੰਨਾ ਕਹੂੰਗਾ, ਰੋਜ਼ ਜਿਹੜਾ ਸਮਾਂ ਤੁਸੀਂ ਲਗਾਉਂਦੇ ਹੋ ਫੇਸ ਟੂ ਫੇਸ ਹੋਣ ਦਾ, 1-1, 2-2 ਘੰਟੇ ਸਾਡੇ ਪ੍ਰਧਾਨ ਸੇਵਕ ਸਾਹਿਬ ਲਗਾਉਂਦੇ ਨੇ ਕਿਸਾਨਾਂ ਨਾਲ ਗੱਲ ਕਰਨੀ, ਫਲਾਣੇ ਸ਼ਹਿਰ 'ਚ ਗੱਲ ਕਰਨੀ। ਉਹ ਤੁਸੀਂ ਮੱਧ ਪ੍ਰਦੇਸ਼ 'ਚ ਹੋ ਆਓਗੇ, ਤੁਸੀਂ ਆਪਣਾ ਰਣ ਆਫ ਕੱਛ ਵਿੱਚ ਹੋ ਆਓਗੇ, ਜਿਹੜੇ ਨੇੜੇ ਬੈਠੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਓ ਜਾਂ ਹੋ ਆਓ, ਇੱਕ ਵਾਰੀ ਪੂਰਾ ਦੇਸ਼ ਤੁਹਾਡਾ ਪਾਣੀ ਪੀ ਜਾਊਗਾ ਜੇ ਕੋਈ ਇੱਕ ਵਾਰੀ ਜੈਸਚਰ ਲੈ ਜਾਓ। ਇਹ ਹੌਸਟੈਲਿਟੀ ਕਾਹਦੀ ਹੈ ਜੀ? ਅਸੀਂ ਆਪਣਿਆਂ ਨੂੰ ਹੌਸਟਾਈਲ ਬਣਾ ਰਹੇ ਹਾਂ। ਤੇ ਮੈਂ ਹੁਣ ਤੁਹਾਨੂੰ ਅੱਜ ਦੱਸ ਦਿੰਦਾ, ਦਾਨੇਵਾਲੀਆ ਸਾਹਿਬ, ਸਭ ਤੋਂ ਵੱਡਾ ਕਿਸੇ ਦਿਨ ਤੁਹਾਡਾ ਜਿਹੜਾ ਸਕੈਮ ਨਿਕਲੂ ਨਾ, ਉਹ ਤੁਹਾਡੇ ਕੋਵਿਡ ਵਾਲਾ ਨਿਕਲਣਾ, ਵੈਕਸੀਨ ਵਾਲਾ ਸਕੈਮ ਨਿਕਲਣਾ ਹੈ। ਅਸੀਂ ਬਾਹਰੋਂ ਲਿਆ ਕੇ ਅੱਧੀ ਦੁਨੀਆ ਨੂੰ ਫ੍ਰੀ ਦੇ ਦਿੱਤੇ, ਤੇ ਦੂਸਰਾ ਹਜੇ ਜਿਹਦਾ ਤੀਸਰਾ ਰਾਊਂਡ ਚੱਲਿਆ ਨਹੀਂ ਸੀ ਉਹਨੂੰ ਵੀ ਇੰਡੀਅਨ ਕਹਿ ਕੇ ਵੇਚਤਾ, ਔਰ ਬਾਕੀ ਕੰਟਰੀਆਂ ਨੂੰ ਅਸੀਂ ਫ੍ਰੀ ਦੇ ਰਹੇ ਹਾਂ। ਆਪਣੇ ਕੋਲ ਤੁਹਾਡੀ ਇਕੋਨਮੀ ਦਾ ਇੰਨਾ ਮਾੜਾ ਹਾਲ ਹੈ, ਔਰ ਉਧਰ ਤੁਸੀਂ ਉਛਾਲ ਦੇ ਰਹੇ ਹੋ ਕਿਹਨੂੰ? ਸੈਂਸੈਕਸ ਨੂੰ। ਮਤਲਬ ਜਿਹੜੀ ਤੁਹਾਡੀ ਮਾਰਕੀਟ ਹੈ ਆਪਣੀ, ਜਿਹਦੇ ਨਾਲ ਤੁਸੀਂ ਆਪ ਕਰਦੇ ਹੋ, ਉਹਨੂੰ ਤੁਸੀਂ ਉੱਪਰ ਚੜਾਈ ਜਾ ਰਹੇ ਹੋ, ਸ਼ੇਅਰ ਮਾਰਕੀਟ। ਇਹ ਤਾਂ ਬਸ ਉਹੀ ਗੱਲ ਨਾ, ਸ਼ਰਦ ਉਹ ਮਹਿਤਾ ਕਿਹੜਾ ਸੀਗਾ ਉਹ ਜੀ, ਜਦੋਂ ਹਰਸ਼ਦ ਮਹਿਤਾ 1992 ਹਰਸ਼ਦ ਮਹਿਤਾ, ਇਹ ਦੁਬਾਰਾ ਉਹਨੂੰ ਰਿਪੀਟ ਕਰਨ ਦੀ ਕੋਸ਼ਿਸ਼ ਹੋ ਰਹੀ। ਮਤਲਬ ਕਿ ਹਰਸ਼ਦ ਮਹਿਤੇ ਵਾਲਾ ਕਾਂਡ ਹੋ ਰਿਹਾ, ਕੋਈ ਪਤਾ ਨਹੀਂ ਕਿਹੜੇ ਵੇਲੇ ਸਾਰਾ ਕੁਝ ਧੜਾਮਾ ਜੇ। ਤੁਸੀਂ ਜਿਹੜੇ ਬੈਨੀਫਿਟ ਦੇ ਰਹੇ ਹੋ, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਇਹਨਾਂ ਨੇ ਕਿਹਾ DDT ਬੈਨੀਫਿਟ ਫॉर NRIs ਜੀ। ਮੇਰਾ ਇੱਕ ਕਜ਼ਨ ਹੈ ਜੀ ਜਿਹੜੇ ਕਿ UK ਦੇ ਵਿੱਚ ਨੇ, ਉਹ ਇੱਥੇ ਕੁਛ ਹਰ ਵਾਰੀ ਆਪਣੀ ਸੇਵਾ ਭੇਜਦੇ ਆ, ਤੇ ਉਹ ਇੱਥੋਂ 2 ਮਕਾਨ ਸੀ ਪੁਰਾਣੇ ਉਹਨਾਂ ਦੇ ਜੱਦੀ, ਜਿਨ੍ਹਾਂ ਤੋਂ ਕਿਰਾਇਆ ਆਉਂਦਾ, ਉਹਨਾਂ ਨੇ ਜੇ ਉਹ ਵੀ ਟ੍ਰਾਂਸਫਰ ਕੀਤੇ, ਉਹ ਕਹਿੰਦੇ ਮੈਂ ਹੁਣ ਤੱਕ ਡਬਲ ਟੈਕਸੇਸ਼ਨ ਦੇ ਰਿਹਾ ਜੀ। ਸਰਕਾਰ 4 ਸਾਲ ਹੋ ਗਏ ਕਹਿੰਦੇ ਨੂੰ ਕਿ ਡਬਲ ਟੈਕਸੇਸ਼ਨ ਵੁੱਡ ਗੋ। ਅੱਜ ਦੀ ਡੇਟ ਦੇ ਵਿੱਚ ਉਹ ਸਾਲ 'ਚ 2 ਚੱਕਰ ਮਾਰਦੇ ਆ, ਕਿਉਂਕਿ ਉਹਨਾਂ ਨੂੰ ਇਨਕਮ ਟੈਕਸ ਕੰਮ ਤੰਗ ਕਰ ਰਿਹਾ, ਸਿਰਫ ਇਸ ਲਈ ਕਿ ਕਿਰਾਏ ਦਾ ਜਿਹੜਾ ਫੰਡ ਆਉਂਦਾ ਉਹ ਇੱਥੇ ਲੋਕਲ ਇੰਸਟੀਟਿਊਸ਼ਨਸ ਨੂੰ ਕੁਝ ਗਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਦੇ ਰਹੇ। ਦੱਸੋ, ਪੁੰਨ ਖਾਤਾ ਵੀ ਮਾੜਾ। ਔਰ ਉਹਨਾਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ। ਉਹ 4 ਦਿਨ ਲਈ ਆਉਂਦੇ ਆ, ਟਿਕਟ ਰਿਟਰਨ ਹੁੰਦੀ ਹੈ, 4 ਦਿਨ ਉਹਨਾਂ ਨੂੰ ਅਫਸਰ ਹੀ ਨਹੀਂ ਮਿਲ ਸਕਦੇ, ਉਹ ਠੱਠ ਕਰੀ ਜਾਂਦੇ ਨੇ ਉਹਨਾਂ ਨੂੰ। ਤੋ ਦੂਜੇ ਪਾਸੇ ਤੁਸੀਂ ਦੇਖ ਲਓ ਜੀ, ਅਸੀਂ ਕਿਹਾ ਸੀ ਕਿ ਐਜੂਕੇਸ਼ਨ ਲਈ ਫਲਾਣਾ ਇੱਕ UGC ਤੋਂ ਉੱਪਰ ਇੱਕ ਕਮਿਸ਼ਨ ਬਣੇਗਾ। ਤੁਸੀਂ ਐਜੂਕੇਸ਼ਨ ਪਾਲਿਸੀ ਲਾਗੂ ਕਰਤੀ, ਅੱਜ ਦੀ ਡੇਟ ਤੱਕ ਨਹੀਂ ਬਣਿਆ। ਹੁਣ ਕੀ ਕਹਿਤਾ, ਸਿਕਿਉਰਿਟੀ ਮਾਰਕੀਟ ਕੋਡ to take over SEBI and other market forces ਜੀ। ਤੁਸੀਂ SEBI ਨੂੰ ਵੀ ਹੁਣ ਸੁਪਰਸੀਡ ਕਰਤਾ, ਲੇਕਿਨ ਉਹ ਕਮਿਸ਼ਨ ਬਣਨਗੇ ਕਦੋਂ ਜੀ?
ਬੜੀ ਸਿੱਧੀ ਜੀ ਗੱਲ ਹੈ ਜੀ। ਈਵਨ ਜਿਹੜਾ ਤੁਹਾਡਾ ਰੈੱਡ ਫੋਰਟ ਸੀ ਜੀ, ਉਹ ਵੀ ਤੁਸੀਂ ਅੱਗੇ ਦਿੱਤਾ ਹੋਇਆ ਸੀ ਡਾਲਮੀਆ ਭਾਰਤ ਲਿਮਿਟਿਡ ਨੂੰ ਜੀ, ਤੇ 25 ਕਰੋੜ ਤਾਂ ਤੁਸੀਂ ਉਹਦੇ ਤੋਂ ਖਾ ਕੇ, ਤੇ ਜਿੱਦਾਂ ਉਹਦੀ ਰਾਖੀ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਉਹਦੇ ਉੱਥੇ ਸਿਕਿਉਰਿਟੀ ਫੋਰਸਿਸ ਨਹੀਂ ਸੀ ਜੀ। ਸਿਕਿਉਰਿਟੀ ਫੋਰਸਿਸ ਤੋਂ ਪਹਿਲਾਂ ਤੁਸੀਂ ਉੱਥੇ ਬਰਡ ਫਲੂ ਡਿਕਲੇਅਰ ਕਰਕੇ ਉਹਨੂੰ ਬੰਦ ਕਰਤਾ। ਲੇਕਿਨ ਉਸ ਦਿਨ ਵੀ ਉੱਥੇ ਝਾਕੀਆਂ ਖੜੀਆਂ ਸੀ, ਜਿਹੜੀਆਂ ਝਾਕੀਆਂ ਨੂੰ ਤੁਸੀਂ ਲੈ ਕੇ ਨਹੀਂ ਗਏ ਰਾਜਪਥ ਤੇ। ਜੋ ਕੁਝ ਤੁਸੀਂ ਕਹਿੰਦੇ ਹੋ ਤੁਹਾਡੀ ਕਰਨੀ ਤੇ ਤੁਹਾਡੇ ਬੋਲਣੀ ਦੇ ਵਿੱਚ, ਕੱਪ ਐਂਡ ਲਿਪ ਦੇ ਵਿੱਚ ਇੰਨਾ ਫਰਕ ਹੈ ਕਿ ਤੁਸੀਂ ਕਿਸੇ ਚੀਜ਼ ਤੇ ਵਿਸ਼ਵਾਸ ਹੀ ਨਹੀਂ ਕਰ ਸਕਦੇ। ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡਾ ਇੱਕ ਨੁਕਸਾਨ ਹੋ ਰਿਹਾ ਦੇਸ਼ ਦਾ ਕਾਫੀ ਝੋਨਾ ਜੀ। ਤੇ ਜਿਹੜੀਆਂ ਨਪੁੰਸਕ ਹੋ ਗਏ ਨੇ ਸਾਡੇ ਦੂਸਰੇ ਵਿਰੋਧੀ ਧਿਰ ਦੇ ਨੇਤਾ ਵੀ, ਉਹ ਤਾਂ ਤਖਤੀਆਂ ਲੁਕਾਉਣ ਲੱਗ ਪੈਂਦੇ ਨੇ, ਗੱਲਾਂ ਹੋਰ ਨੇ, ਇਹਨਾਂ ਨੂੰ ਦੇਖ ਕੇ ਇੰਨਾ ਡਰ ਪੈਦਾ ਹੋ ਗਿਆ। ਹਾਸੇ ਨਾਲ ਕਹਿਣਾ ਜੀ, ਪੰਜਾਬ ਦੇ ਵਿੱਚ ਕੋਈ ਪੈਨਲ ਆਂਦਾ ਜਾਂ ਕੁਛ ਆਂਦਾ, ਅਸੀਂ ਕਹਿੰਦੇ ਹਾਂ ਵੀ ਸਾਰੇ ਚੀਫ ਮਿਨਿਸਟਰ ਇਕੱਠੇ ਹੋ ਕੇ ਉਹਦੇ ਕੋਲ ਚੱਲ ਜਾਓ। ਨਾਨ ਬੀਜੇਪੀ ਸਟੇਟਸ ਕਿੰਨੀਆਂ ਨੇ, ਉਹਨਾਂ ਦੇ ਚੀਫ ਮਿਨਿਸਟਰ ਕੀ ਪੈਨਲ ਤੇ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਬੈਠੀ ਹੋਵੇ ਨਾ, ਇੱਕ ਦੂਜੇ ਨੂੰ ਗਾਲ ਮੰਦਾ ਕੱਢਦੇ ਨੇ। ਏਦਾਂ ਲੱਗਦਾ ਵੀ ਜੇ ਕਿਤੇ ਸਟੂਡੀਓ 'ਚ ਬੈਠੇ ਹੋਣ ਲੜੀ ਨਾ ਪੈਣ, ਜੁੱਤਮ ਜੁੱਤੀ ਨਾ ਹੋ ਜਾਣ। ਅਸੀਂ ਜੇ ਇਸ ਵੇਲੇ ਸਾਨੂੰ ਇੱਕ ਦੂਜੇ ਦਾ ਹੱਥ ਫੜ ਕੇ ਅੱਗੇ ਜਾਣ ਦੀ ਹੈ, ਸਭ ਨੂੰ ਪੰਜਾਬ ਦੀ ਇਲੈਕਸ਼ਨ ਦੀ ਦਿਮਾਗ 'ਚ ਹੈ। ਔਰ ਇਹ ਇਕੱਠੇ ਨਹੀਂ ਹੋ ਸਕਦੇ, ਜੇ ਪਾਰਟੀਆਂ ਨਹੀਂ ਇਕੱਠੀਆਂ ਹੋ ਸਕਦੀਆਂ, ਚੀਫ ਮਿਨਿਸਟਰ ਕਿੱਥੋਂ ਇਕੱਠੇ? ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਔਰ ਕੀ ਉਹਨਾਂ ਨੂੰ ਪ੍ਰਧਾਨ ਸੇਵਕ ਟਾਈਮ ਦੇ ਦੂਗਾ? ਉਹ ਕਹੇਗਾ ਹੋਮ ਮਿਨਿਸਟਰ ਨੂੰ ਮਿਲ ਲਓ ਜੀ, ਗੱਲ ਖਤਮ। ਹਾਂ ਬਿਲਕੁਲ ਜੀ, ਕਿੱਥੇ ਉਹਦਾ ਪਹਿਲਾਂ ਹੀ ਨਹੀਂ ਟਾਈਮ ਦਿੰਦੇ, ਤੇ ਤੁਹਾਨੂੰ ਅਗਲੇ ਨੇ ਐਂ ਟਾਈਮ ਕਿੱਥੋਂ ਦੇ ਦੇਣਾ? ਪ੍ਰਧਾਨ ਸੇਵਕ ਕੋਲ ਰੋਜ਼ ਦਾ 1 ਘੰਟਾ ਹੈ ਜੀ ਟੀਵੀ ਤੇ ਆਉਣ ਲਈ। 1,000 ਬੰਦਾ ਹਰ ਪ੍ਰੋਗਰਾਮ ਲਈ, 2,000 ਬੰਦਾ ਇੱਕ ਹਫ਼ਤਾ ਪਹਿਲੇ ਬਿਜ਼ੀ ਹੁੰਦਾ। ਆਹ ਸਵਾਲ ਪੁੱਛਿਆ ਜਾਊਗਾ, ਆਹ ਜਵਾਬ ਦੇਣਾ, ਔਰ ਫਿਰ ਉਹਨਾਂ ਨੂੰ ਪੜ੍ਹਾਇਆ ਜਾਂਦਾ ਵੀ ਤੁਸੀਂ ਕਿਹਨੂੰ ਕੀ ਪੁੱਛਣਾ। several thousand people are involved in this exercise daily। ਕੀ ਕਰਾਂਗੇ ਅਸੀਂ? ਦੱਸੋ। ਅਸੀਂ ਕਹਿੰਦੇ ਹਾਂ ਡੈਮੋਕ੍ਰੈਟਿਕ ਸੈਟਅਪ ਜਿਹੜੀ ਹੈ ਦੇਸ਼ ਦੀ, ਵੈਲਫੇਅਰ ਗਵਰਨਮੈਂਟ ਹੁੰਦੀ ਹੈ। ਵੈਲਫੇਅਰ ਗਵਰਨਮੈਂਟ ਤਾਂ ਹੀ ਨਹੀਂ, ਸੈਲਫ ਵੈਲਫੇਅਰ ਹੋ ਗਿਆ ਜੀ ਟੋਟਲ। ਔਰ ਦੂਜਾ ਭੰਡੀ ਸਿਰਫ ਇਸ ਵੇਲੇ ਜਦੋਂ ਕਿਸੇ ਬੀਜੇਪੀ ਵਾਲੇ ਨਾਲ ਗੱਲ ਕਰ ਲੋ, ਲਾਲ ਕਿਲ੍ਹਾ ਤੇ ਆ ਕੇ ਗੱਲ ਰੁਕ ਜਾਂਦੀ ਹੈ। ਉਹ ਹੁਣ ਤੱਕ ਫੜੇ ਗਏ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਪਕੜਨਾ ਸੀ, ਤੇ ਸਾਡੇ ਜਿਹੜੇ 250 ਮੁੰਡੇ ਗਾਇਬ ਨੇ, ਉਹਨਾਂ ਬਾਰੇ ਕੋਈ ਗੱਲ ਨਹੀਂ ਕਰੇਗਾ। ਨਹੀਂ ਕਰ ਰਿਹਾ ਜੀ, ਨਹੀਂ ਕਰ ਰਿਹਾ। ਬਿਲਕੁਲ ਤੁਹਾਡੀ ਉਹਨਾਂ ਦੀਆਂ ਵੀਡੀਓਜ਼ ਵੀ ਆ ਗਈਆਂ, ਕਿੰਨਾ ਕੁ ਤਸ਼ੱਦਦ ਕੀਤਾ ਗਿਆ, ਕਿੰਨਾ ਕੁਛ ਕੀਤਾ ਗਿਆ। ਤੁਸੀਂ ਜਰਨਲਿਸਟ ਨੂੰ ਚੁੱਕ ਕੇ ਅੰਦਰ ਦੇ ਦਿਓਗੇ ਕਿਉਂਕਿ ਉਹਦੀ ਕਵਰੇਜ ਤੁਹਾਨੂੰ ਪਸੰਦ ਨਹੀਂ ਸੀ ਆ ਰਹੀ, ਫੈਕਚੁਅਲ ਕਵਰੇਜ ਪਸੰਦ ਨਹੀਂ ਆ ਰਹੀ, ਤਾਂ ਉਹਨੂੰ ਅਸੀਂ ਕੀ ਕਹਾਂਗੇ? ਤੁਸੀਂ ਟਵਿੱਟਰ ਦੇ ਪੇजेस ਬੰਦ ਕਰ ਦਿਓ, ਤੁਸੀਂ ਫੇਸਬੁੱਕ ਵਾਲੇ ਟਵਿੱਟਰ ਦਾ ਤਾਂ ਹਾਲ ਵੈਸੇ ਹੀ ਦੇਖ ਲੈ ਜੀ, ਉਹਨੂੰ ਤਾਂ ਕਹਿੰਦੇ ਲਾਲੇ ਦੀ ਹੱਟੀ ਤੋਂ ਭੈੜਾ ਹਾਲ ਆ, ਉਹਦੇ ਕੋਲ ਦੀ ਛਿੱਕ ਮਾਰਦੇ ਡਰਦਾ ਤੁਹਾਡਾ ਪੇਜ ਅਕਾਊਂਟ ਬੰਦ ਕਰ ਦਿੰਦਾ। ਐਗਜ਼ੈਕਟਲੀ ਜੀ, ਬਿਲਕੁਲ ਠੀਕ ਹੈ, ਧੰਨਵਾਦ ਜੀ। ਇਹ ਹੁਣ ਫੇਸਬੁੱਕ ਵੀ ਕਰਨ ਲੱਗ ਗਿਆ ਜੀ, ਲੱਗ ਪਿਆ। ਮੇਰਾ ਹੁਣ ਪੇਜ ਤੁਹਾਨੂੰ ਦੱਸਾਂ ਕਿ ਇੰਨਾ ਕੁ ਥੱਲੇ ਸਿੱਟਿਆ ਇਹਨਾਂ ਨੇ, ਤੇ ਇਨਕਮ ਹੀ ਖਤਮ ਕਰਤੀ, ਬੰਦ ਕਰ ਦਿੱਤੀ ਹੈ ਜਮਾਂ ਹੀ। ਜੋ ਐਡਵਰਟੀਜ਼ਮੈਂਟ ਸੀਗੀਆਂ ਦੇਖ ਲਓ, ਹਾਲਾਤ ਨੇ, ਰਿਪੋਰਟਿੰਗਸ ਆਉਣ ਲੱਗ ਪਈਆਂ, ਬੜਾ ਕੁਛ ਆਉਣ ਲੱਗ ਪਿਆ। ਤੇ ਉਹਨਾਂ ਪੇਜਾਂ ਨੂੰ ਬੜਾ ਚੱਕ ਰਿਹਾ ਜਿਹੜੇ ਟਰੋਲ ਕਰ ਰਹੇ ਨੇ, ਜਿਹੜੇ ਇਸ ਕਿਸਾਨ ਸੰਘਰਸ਼ ਨੂੰ ਡਿਵਰਟ ਕਰ ਰਹੇ ਨੇ। ਐਂਡ ਨਵੇਂ ਪੇਜ ਆ ਰਹੇ ਨੇ, ਪਤਾ ਹੀ ਨਹੀਂ ਉਹ ਕਿੱਥੋਂ ਆ ਰਹੇ ਨੇ ਤੇ ਉਹ ਕੌਣ ਬਣਾ ਰਿਹਾ, ਤੇ ਇੱਕ ਦਿਨ ਦੇ ਵਿੱਚ 2-2 ਲੱਖ ਉਹਨਾਂ ਦੇ ਸਬਸਕ੍ਰਾਈਬਰ ਬਣ ਰਹੇ ਨੇ, ਕ੍ਰੀਏਟ ਕੀਤੇ ਹੋਏ ਨੇ ਜੀ। ਔਰ ਉਹ ਸਬਸਕ੍ਰਾਈਬਰ ਜਿਹੜਾ ਬਣਦਾ ਹੈ ਉਹਦੇ ਲਈ ਤੁਸੀਂ ਪੇਮੈਂਟ ਕਰਦੇ ਹੋ। ਇਹਨੂੰ ਅਸੀਂ ਕਹਿੰਦੇ ਹਾਂ ਸਰਚ ਇੰਜਨ ਆਪਟੀਮਾਈਜ਼ੇਸ਼ਨ। ਨਹੀਂ, ਬਿਨਾਂ ਗੱਲ ਤੋਂ ਹੀ ਤੁਰੇ ਆਉਂਦੇ ਜੀ ਅੱਗੇ, ਰੀਚ ਬਿਨਾਂ ਗੱਲ ਤੋਂ ਹੀ ਤੁਰੀ ਆਉਂਦੀ ਹੈ ਤੁਹਾਡੇ ਪੇਜ, ਹੋਰ ਤਾਂ ਕੋਈ ਗੱਲ ਹੀ ਨਹੀਂ ਹੁੰਦੀ। ਮੈਂ ਪੈਸੇ ਦਿੱਤੇ 10,000 ਰੀਚ ਹੋ ਗਈ, ਡਬਲ ਦੇ ਦਿੱਤੇ ਤਾਂ 20,000 ਹੋ ਗਈ, 2 ਲੱਖ ਕਰ ਲਓ ਜੀ। ਜੀ। ਉਹ ਜਿਵੇਂ ਸਾਡੇ ਗਾਣਿਆਂ ਦੇ ਮਿਲੀਅਨ ਵਿਊਜ਼ ਆਉਂਦੇ ਨੇ, ਇੱਥੇ ਜਿੰਨੇ ਮਰਜ਼ੀ ਮਿਲੀਅਨਸ ਕਰ ਲਓ ਤੁਸੀਂ। ਜੀ, ਮਿਹਰਬਾਨੀ ਜੀ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ ਸਮਾਂ ਦੇਣ ਦੇ ਲਈ। ਸੋ ਤਮਾਮ ਰੇਡੀਓ ਪੰਜਾਬ ਟੂਡੇ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਜੁੜਿਆ ਰਹੇਗਾ। ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਤੇ ਬ੍ਰੇਕ